ਸੀ ਉੱਥੋਂ 3 और ਤੇ 3 ਜਿੰਦਿਆ 3 ਮੰਜ਼ਲਾ ਵੇ ਨਹੀਂ ਨਾ ਮੈਨੂੰ ਤਾਂ 3 और 3 ਭਾਈ ਪੂਰਾ MBBS ਡਾਕਟਰ ਉਹ ਖਾਤੇ ਦੇ ਵਿੱਚ ਕਿਹਾ ਸੀ ਕਿ मुझे ये आपकी चीजें नहीं हाँ मुझे याद आया। अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक ठाक रहें, खुश रहें। चलें जी, ये कल का व्लॉग है। कल दोपहर के टाइम पिज़्ज़े की तैयारी होती, बाजी की तरफ ही थी तो पिज़्ज़ा बना रहे हैं। बच्चों को उठाया है, कुछ ने नाश्ता कर लिया, कुछ ने पिज़्ज़ा ही डायरेक्ट खाना था। तो आज की वीडियो ना आपने मिस नहीं करनी, बड़े ज़रूरी टॉपिक पे मैंने वीडियो बनाई है। तो क्योंकि मुझे भी सवाल आ रहे थे, मेरे मियाँ को भी आ रहे थे, मेरे बारे में और इनके बारे में कि ये आपके मियाँ आपके साथ कैसे रहते हैं, आप इनके साथ कैसे रहती हैं, वो हमारे साथ शेयर करें, कैसे ज़िंदगी स्मूथ जाती है, कैसे ऐसे जो भी जितने भी सवाल है ना वो अज असीं दोवां ने बह के ना ਤੇ ਗੱਲਾਂ ਬਾਤਾਂ ਕੀਤੀਆਂ ਨੇ ਉਹਦੇ ਉਸ ਟੌਪਿਕ ਉੱਤੇ ਤੇ ਉਹ ਤੁਸੀਂ ਅੱਜ ਮਿਸ ਨਹੀਂ ਕਰਨੀ। ਤੇ ਦੂਸਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਜਿਹੜੇ ਨਵੇਂ ਆਏ ਤੇ ਜਿਹੜੇ ਮੇਰੇ ਪਹਿਲੇ ਵਾਲੇ ਨੇ ਉਹ ਲਾਈਕ ਕਰਕੇ ਜ਼ਰੂਰ ਜਾਇਆ ਕਰੋ, ਜਾਇਆ ਨਾ ਕਰੋ, ਵੀਡੀਓ ਵੇਖ ਕੇ ਜਾਇਆ ਕਰੋ। ਵੀਡੀਓ ਨੂੰ ਪਹਿਲੇ ਬ੍ਰੇਕ ਲਾਇਆ ਕਰੋ, ਉਹਨੂੰ ਲਾਈਕ ਕਰਿਆ ਕਰੋ ਤੇ ਫਿਰ ਤੁਸੀਂ ਜਾਇਆ ਕਰੋ। ਤੇ ਅਸੀਂ ਹੁਣ ਇੱਥੇ ਚੱਲੇ ਹਾਂ ਕਾਰ। ਅੱਜ ਆਫੀਆ ਦੀ ਵਾਰੀ ਸੀ ਅੱਗੇ ਬਹਿਣ ਦੀ, ਕਿਉਂਕਿ ਵਾਰੀ ਰੱਖੀ ਆ ਫਾਨ ਸਾਹਿਬ ਮੇਰੇ ਸਾਥ ਬੈਠੇ ਮੂੰਹ ਬਣਾ ਕੇ ਤੇ ਪਿਆਰ ਸ਼ਿਆਰ ਕਰਕੇ ਜਰਾ ਰਾਜ਼ੀ ਰੂਜ਼ੀ ਕੀਤਾ ਵੇ। ਤੇ ਹੁਣ ਚੱਲਨੇ ਆ ਅਸੀਂ ਕਾਰ। ਚਲੋ ਜੀ, ਸਾਡਾ ਨਾ ਆਟਾ ਖਤਮ हुआ है, रात को हम आए हैं बड़ी लेट ਤੇ ਨਾਸ਼ਤੇ ਕਰਨ ਦਾ ਵੀ ਕੋਈ ਨਹੀਂ ਹੈ, ਇੱਕ ਪੇੜਾ ਵੀ। ਤੇ ਮੈਂ ਹੁਣ ਚੱਲੀ ਆਟਾ ਵਗੈਰਾ ਲੈਣ, ਗੋਸ਼ਤ ਖਤਮ ਹੋਇਆ ਹੈ ਉਹ ਲਿਆਣਾ ਹੈ ਕਿਉਂਕਿ ਅਸੀਂ ਅੱਜ ਬਣਾਣੀ ਹਲੀਮ। ਤੇ ਬਿਲਕੁਲ ਕੁਛ ਨਹੀਂ ਹੈ। ਤੇ ਮੈਂ ਥੋੜਾ ਕੀ ਕਹਿੰਦਾ ਸੀ, ਪਤਾ ਨਹੀਂ ਕਿੱਥੇ ਜਾ ਰਹੀ ਹੈ। ਮੇਰੀ ਗੱਡੀ ਤੇ ਚੱਲ ਜਾਈਏ ਹੈ, ਮੇਰੀ ਗੱਡੀ ਤੇ ਹੱਸਣਾ ਨਹੀਂ ਕਿਹੜੀ ਗੱਲ, ਮੇਰੀ ਮਰਸੀਡੀਜ਼ ਤੇ खलोती भी बड़ी दूर है। चलो अल्लाह सुटना कार्टन सुटन चले गए एड्डी दूर। मैं क्या इत्थे रख दो, अंदर वापसी सुट देने आ। इस पासे तुहाडी भी गड्डी भी इस पासे। चलो अजे खोजी लियाना है गड्डी लभन लई। शीशे तोड़े है जनाब। नहीं मैं वैसे कहने मैं क्या चक्कर लाना, तुम्हें लगता थे ग्रो आटा ले आने ना पहले, वो तो मैंने पता भी जाना पैना है। साइड ते नहीं है, उधर भी है कि नहीं पता नहीं जनाब। मिला राती ते लुकमान ने खिला रही ना गड्डी। हां चलो आज नाले सैर हो जांदी, फिर नाल गड्डी दा बने सैर क्यों होई है। तो जनाब कितनी मजेदार धुप है कसम यार, गर्मी लगन दी है। मैं नहीं क्या गर्मी लगन दी है, तू हुई क्या मैं वैसे क्या मैं शांत चलन दी, मैंने उत्थे भी मजा आंदा, गर्मी च भी मजा आंदा। है की कहंदे चुक मसीद, चुक मसीद आहो कसम खान नु कहंदे ने। अच्छा अच्छा पता नहीं। चुक मसीद रख तौबा, रख सूरत तौबा तू अंदर। हां मैं पहली बार ਤੁਹਾਡੇ ਕੋਲ ਸੁਣੀਆਂ ਨਹੀਂ ਜੀ ਜਨਾਬ ਕਹਿੰਦੇ ਸੀ, ਮੈਂ ਸੁਣਿਆ ਮੈਂ ਕਹਿੰਦਾ ਕੋਈ ਸੂਰਤ ਤੌਬਾ ਅੱਲਾ ਮਾਫੀ ਦੇਵੇ ਤੇ ਸਪੈਸ਼ਲ ਪਾਈਏ, ਲੇਕਿਨ ਮੈਂ ਸੁਣਿਆ ਨਾ ਇਹਦਾ। ਅੱਛਾ ਹੁਣ ਗੱਡੀ ਆਂਦੀ ਪਿੱਛੇ ਧਿਆਨ ਨਾਲ ਗੱਡੀ ਉਹ ਮੇਰੀ ਖੜੀ ਗੱਡੀ ਤੇ ਕਿਹਾ ਚਾਬੀ ਲੈ ਆ। ਇੱਕ ਉਹ ਤੇ ਵੀ ਟੈਕਸੀ ਤੇ ਰੰਗ ਪੀਲਾ ਪੀਲਾ ਨਜ਼ਰ ਆਉਂਦੇ, ਉਧਰ ਹੀ ਨਾ ਖਲਾਰੀ ਹੋਏ ਉਹਨੇ ਨਹੀਂ। ਸ਼ਾਮ ਨੂੰ ਤੂੰ ਚੱਕਰ ਲਾਣਾ, ਮੈਂ ਸੈਰ ਕਰਨੀ ਤੂੰ। ਹਾਂ ਤੇ ਗੱਡੀ ਉਦੋਂ ਲੱਭ ਲਾਂਗੇ। ਇਧਰੋਂ ਆ ਜਾਓ ਸਰਕਾਰ। थोड़ा लंबा चक्कर पै जाना। चलो जी अभी सारी लाइन चेक कर रहे, साड़ी गड्डी नहीं लभन दी। ਉਹ ਜਿਹੜੀ ਨਾਕੋਫ ਵਾਲੀ ਪਾਰਕਿੰਗ ਉੱਤੇ ਵੇਖ ਲਵੋ, ਉਹ ਜਿਹੜੀ ਪਾਰਕਿੰਗ ਉਹ ਸਾਈਡ ਤੇ ਉਹ ਵਾਲੀ ਸਾਹਮਣੇ ਵਾਲੀ ਹੈ ਕਿੱਥੇ। ਹਾਏ ਸ਼ੁਕਰ ਏ ਉਹ ਵਿਚਾਰਾ ਖਲਾ ਰੇ। ਅਸੀਂ ਕਿੰਨਾ ਘੁੰਮ ਕੇ ਆਏ, ਸਾਡੇ ਕੀ ਕਹਿੰਦੇ ਹੁੰਦੇ ਨੇ ਇੱਕ ਮਿਸਾਲ ਹੀ ਹੁੰਦੀ ਢੰਡੋਰਾ ਪੂਰੇ ਸ਼ਹਿਰ 'ਚ। ਅੱਛਾ ਇੰਜ ਤਾਂ ਨਹੀਂ ਇੱਕ ਮਿਸਾਲ ਕਹਿੰਦੇ ਨੇ ਕਿ ਢੰਡੋਰਾ ਬੱਚਾ ਕੱਛੇ ਲੱਗਾ ਤੇ ਮੈਂ ਤੈਨੂੰ ਦੱਸਾਂ। ਹਾਂ ਚਲੋ ਜੀ ਤੁਸੀਂ ਢੰਡੋਰਾ ਸਾਰੇ ਸ਼ਹਿਰ 'ਚ ਤੇ ਬਗਲ ਮੇ ਰਾਮ ਰਾਮ। ਹਾਂਜੀ ਵੇਖ ਲਓ ਜੀ, ਇਹ ਇਹਨਾਂ ਦੀ ਮਿਸਾਲ ਜਿਹੜੀ ਹੈ ਸੀ ਪੂਰਾ। ਚਲੋ ਮੇਰੀ ਤੇ ਫੇਰ ਹੀ ਪੂਰਾ ਸਮਝ ਆਉਂਦੀ ਸੀ, ਇਹਨਾਂ ਦੀ ਕਈ ਘੁਮਾ ਛੜੀ ਹੈ। ਚਲੋ ਜੀ ਚੱਲੀਏ, ਸ਼ੁਕਰ ਦਰਖਤ ਵੇਖ ਮੈਨੂੰ ਹੋਵੇ ਨਾ, ਅਗਰ ਮੈਂ ਗੱਡੀ ਖਿਲਾਰੀ ਹੋਵੇ ਮੈਨੂੰ ਪਤਾ ਹੁੰਦਾ ਹੈ। ਹਾਂ ਵੀਕਐਂਡ ਦੇ ਉੱਤੇ ਲੁਕਮਾਨ ਸਾਹਿਬ, ਅੱਛਾ ਲੁਕਮਾਨ ਸਾਹਿਬ ਚਲਾਉਂਦੇ ਨੇ। ਅੱਛਾ ਲੁਕਮਾਨ ਵੀ ਟੈਕਸੀ ਚਲਾਉਂਦਾ ਹੈ ਨਾਜ਼ਰੀਨ ਨੂੰ, ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ। ਬੇਟਾ ਆਹੋ ਬੇਟਾ, ਉਹਨੇ ਵੀ ਨਾ ਕੋਈ ਪਿਛਲੇ ਸਾਲ ਉਹਨੇ ਕਰ ਲਈ ਸੀ ਟੈਕਸੀ ਲਾਇਸੈਂਸ। ਠੀਕ ਹੈ, ਤੇ ਫਿਰ ਆਪਣੀ ਵੀਕਐਂਡ ਦੇ ਉੱਤੇ ਆਪਣੇ ਥਾਸ਼ਨ ਗੈਲ ਕਹਿੰਦੇ ਨੇ ਜੇਬ ਖਰਚ ਆਹੋ
ਜੇਬ ਖਰਚ ਲਈ 2 ਦਿਨ ਕੰਮ ਕਰਦਾ ਤੇ ਰਾਤ ਦਾ ਉਹ ਕਰ ਕੀਤਾ ਉਹਦੇ ਵਿੱਚੋਂ ਅੱਧੇ ਪਜੱਦੇ ਉਹਦੀ ਮਾਂ ਲੈ ਲੈਂਦੀ ਹੈ। ਮੈਂ ਜਾਣ ਦੋ ਤੁਸੀਂ ਐਵੇਂ ਮੇਰੇ ਤੇ ਪਾ ਛੱਡਦੇ ਹੋ। ਨਹੀਂ ਲੈਂਦੀ ਮੈਂ ਨੀ ਲੈਂਦੀ ਆਪਣੀ ਜ਼ਰੂਰਤ ਪੂਰੀ ਕਰਦਾ ਜਾਂ ਅਫਾਨ ਆਫੀਆ ਦੀ ਮਿਸਾਲ ਦੀ ਗੱਲ ਉੱਥੇ ਆ ਜਾਂਦੀ ਜਿਹੜੀ ਮੈਂ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰੀ ਦੀ। ਹਾਂ ਲੇਕਿਨ ਉਹ ਭੈਣ ਭਰਾਵਾਂ ਦੀ ਕਰਦਾ ਹੈ। ਉਹਨਾਂ ਨੇ ਆਨਲਾਈਨ ਕੁਝ ਵੀ ਲੈਣਾ ਹੈ ਤੇ ਉਹੀ ਲੈ ਕੇ ਦਿੰਦਾ ਹੈ। ਮੇਰੇ ਕੋਲ ਕਦੀ ਪੈਸੇ ਨਹੀਂ ਲਏ ਉਹਨੇ। ਚਲੋ ਜੀ ਬਿਸਮਿਲ੍ਲਾ ਮਾਸ਼ਾਅੱਲਾ ਪਹੁੰਚ ਗਏ। ਫੈਮਿਲੀ ਰਹਿੰਦੀ ਹੈ। ਪਤਾ ਮੈਨੂੰ ਕਿਉਂ ਪਤਾ ਇੱਥੇ ਰਹਿੰਦੀ ਹੈ? ਜਦੋਂ ਮੈਂ ਇੱਥੇ ਲੰਘਦੀ ਨਾ ਇੱਥੇ ਇੰਡੀਅਨ ਗਾਣੇ ਲੱਗੇ ਹੁੰਦੇ ਨੇ ਹਮੇਸ਼ਾ। ਮੁੱਕ ਗਿਆ ਸੇਕ ਇੱਕ ਸੈਕਿੰਡ ਦਰਵਾਜ਼ਾ ਖੋਲ੍ਹਿਆ ਤੇ ਕਹਿੰਦੇ ਨੇ ਇੱਥੇ ਖਲੋ ਸੇਕ ਮੁੱਕ ਜੇ ਤਾਂ ਗਰਮੀ ਖਤਮ ਹੋ ਜੇ ਤੇ ਹੁਣ ਕਹਿੰਦੇ ਨੇ ਆ ਜਾ। ਚਲੋ ਜੀ ਆ ਬੈ ਕੋਨਾ ਮੁੰਡ ਆ ਬੈ ਮੁਝੇ ਮਾਰ मुझे मार। हाय चलो आ बैल नहीं आ बै मुझे मार। आ बे मुझे मार। बिस्मिल्लाहिर्रहमानिर्रहीम सुभान अल्लाह जी। चलो जी मैं बेल्ट ला ला फिर आनी है। नहीं तो फिर उन्होंने कहना बेल्ट किसने नहीं लगाई और मैंने कहना मैं बच्चे बड़ा हंसदे जी तू मामा ने बेल्ट ना लाई तो कभी खुद ही मान जाती मैं नहीं एक गल है कि खुद ही मान जाती है मैं। मतलब कि तू लुका सकती है चीज ਤਾਂ ਇਹ ਤਾਂ ਮੰਨਨੀ ਆ ਜਿਹੜੀ ਲਗਾ ਸਕਦੀ ਉਹ ਕਦੀ ਦੱਸੀ ਮੈਂ ਤੁਹਾਨੂੰ ਕੀ ਪਤਾ ਕੀ ਲਗਾਨੀ ਆ ਮਜ਼ਾਕ ਕਰਨ ਨਹੀਂ ਆ ਮੇਰੀ ਜਨਾਬ ਮੈਂ ਤੇ ਖੁੱਲੀ ਕਿਤਾਬ ਆ ਬਹੁਤ ਤੁਹਾਡੇ ਸਾਹਮਣੇ। ਉਹ ਇਹ ਕਿਤਾਬ ਜਿਹੜਾ ਕੋਈ ਨਹੀਂ ਤੋਲਦਾ ਜਿਹੜੇ ਕਿਤਾਬਾਂ ਦੇ ਵਿੱਚ ਹੀ ਵੜੀ ਹੁੰਦੀ ਨਾ ਇਹ ਵਾਲੀ ਕਿਤਾਬ ਚਲੋ ਜੀ ਅਗਰ ਲੰਘ ਜਾਓ। ਨਹੀਂ ਜਨਾਬ ਮੈਂ ਇੱਕ ਮੇਰਾ ਸਾਰਾ ਤੁਹਾਡਾ ਮੇਰਾ ਹਾਲ ਮੇਰਾ ਮੁਸਤਕਬਲ ਮੇਰਾ ਮਾਜ਼ੀ मेरा गाजी मेरा जमीर मेरा बशीर सारा ਤੁਹਾਡੇ ਸਾਹਮਣੇ। ਠੀਕ ਹੈ ਚਲੋ ਜੀ। ਅੱਛਾ ਬਹੁਤ ਗਰਮੀ ਹੈ ਬਹੁਤ ਗਰਮੀ ਹੈ। ਆਹੋ ਤੇ ਚੋਰੀ ਕਰਾ ਰਹੇ ਹਾਂ ਥੋੜਾ ਕੋਈ ਏਸੀ ਮੇਰਾ ਲਾ ਦੋ ਨਾ ਆਹੋ ਕਹਿ ਕੇ ਚੁੱਪ ਕਰ ਗਏ ਹੋ। ਨਹੀਂ ਮੈਨੂੰ ਤਾਂ ਮਜ਼ਾ ਆਉਂਦਾ ਫਿਰ ਗਰਮੀ ਦੇ ਵਿੱਚ। ਚਲੋ ਜੀ ਮੈਂ ਅੱਜ ਪੂਰਾ ਬਲਾਸ਼ਰ ਲਾਈ ਆ ਤੋਂ ਜਿੰਨੀ ਤੇ ਚੋਰਾ ਨਹੀਂ ਨਾ ਉਨੀ ਦੇਰ ਇਹਨਾਂ ਨੇ ਏਸੀ ਨਹੀਂ ਚਲਾਉਣਾ। ਚਲੋ ਚਲਾ ਦਿੰਦੇ ਚਲਾ ਦੋ ਹਾਂਜੀ तेज कर दो तेज हवा वाला। हाँ मजा आ गया इधरों हवा आ रही है। 3 और 3 मंजिला ਵੇਖਣੀ ਨਾ ਮੈਨੂੰ ਤਾਂ 3 और 3 ਕਹਾਣੀਆਂ ਬੜੀਆਂ ਜਨਾਬ ਜਿਸਵੇਂ ਉਹ ਅਖਬਾਰੇ ਜਹਾਂ ਦੇ ਵਿੱਚ ਨਾ ਇੱਕ ਹੁੰਦਾ ਸੀ ਤੁਹਾਡਾ ਸਭ ਤੋਂ ਪਹਿਲੇ ਤੁਸੀਂ ਅਖਬਾਰੇ ਜਹਾਂ ਖੋਲੀ ਹੈ ਤੇ ਸਭ ਤੋਂ ਪਹਿਲੇ ਤੁਸੀਂ ਕਿਹੜਾ ਪੇਜ ਤੇ ਜਾਂਦੇ ਹੁੰਦੇ ਸੀ? ਫੂਲ ਔਰ ਕਲੀਆਂ। ਉਹ ਕੀ ਹੁੰਦਾ ਸੀ ਬੱਚਿਆਂ ਵਾਲੇ ਜਿਹੜੇ ਉਹ ਲਤੀਫੇ ਤੇ ਹਾਂ ਮੇਰਾ ਸਭ ਤੋਂ ਪਹਿਲੇ ਹੁੰਦਾ ਸੀ ਕਿ ਉਹ ਜਿਹੜਾ ਮਾਡਲ ਦੇ ਕੱਪੜੇ ਛਪੜੇ ਵੇਖਣੇ ਉਦੋਂ ਵੀ ਆਇਆ ਹੁੰਦਾ ਸੀ। ਫਿਰ ਉਹੀ ਉੱਥੇ ਸ਼ਾਦੀ ਵਾਲਾ ਪੇਜ ਵੇਖਣਾ। ਅੱਛਾ ਦੁਲੇ ਦੁਲਨ ਦਾ ਇੱਕ ਪੇਜ ਹੁੰਦਾ ਸੀ ਨਾ ਸ਼ਾਦੀਆਂ ਵਾਲਾ ਤੇ ਫਿਰ ਬੱਚਿਆਂ ਦੇ ਵੇਖਣਾ ਉਹਨਾਂ ਬੱਚਿਆਂ ਦੇ ਨਾਮ ਪੜ੍ਹਨੇ ਕਿ ਕਿਹੜਾ ਨਵਾਂ ਨਾਂ ਹੈ ਤੇ ਫਿਰ ਉਹਨਾਂ ਦੀ ਉਹ ਲਤੀਫੇ ਇਹ ਉਹ ਸਾਰੇ ਪੜ੍ਹਨੇ। ਫਿਰ 3 और 3 ਕਹਾਣੀਆਂ ਤੇ ਜਾਈਦਾ ਸੀ। ਨਹੀਂ ਮੈਂ 3 और 3 ਕਹਾਣੀਆਂ ਵੀ ਪੜ੍ਹ ਲੈਂਦਾ ਹੁੰਦਾ ਸੀ ਮੈਂ। ਅੱਛਾ ਮੈਨੂੰ ਨਾ ਜਨਾਬ ਅਲੀ ਮੈਨੂੰ ਨਾ ਸਾਰੀ ਉਮਰ ਹੀ ਨਾ ਪੜ੍ਹਾਈ ਤੋਂ ਥੋੜੀ ਜਿਹੀ ਨਾ ਅਲਰਜੀ ਨਹੀਂ ਲੇਕਿਨ ਨਾ ਥੋੜਾ ਜਿਹਾ ਮੇਰੇ ਕੋਲ ਪੜ੍ਹੀ ਕੁਛ ਹੈ ਨਹੀਂ ਜਾਂਦੀ। ਹਾਂ ਮੇਰੇ ਕੋਲੋਂ ਤੂੰ ਕਹਿ ਲੈ ਕਿ ਸੁਣ ਸਕਣਾ ਵਾ ਮੈਂ ਅਗਰ ਕੋਈ ਹੋਵੇ ਨਾ ਕੋਈ ਕਹਾਣੀ ਤੂੰ ਮੈਂ ਸੁਣ ਲਵਾਂਗਾ ਲੇਕਿਨ ਪੜ੍ਹਨ ਵਾਲਾ ਕੰਮ ਜਿਹੜਾ ਨਾ ਉਹ ਬਹੁਤ ਮਾਠਾ ਰਿਹਾ ਮੇਰਾ ਯਾਰ। ਮੈਨੂੰ ਬਹੁਤ ਅਫਸੋਸ ਹੁੰਦਾ ਐ ਨਾ ਕਿੱਡੀ ਪਾਈ ਜਿਹੜੀ ਪੂਰਾ ਇੱਕ MBBS ਡਾਕਟਰ ਹੁੰਦੇ ਹਰ ਵਕਤ ਗਲੇ 'ਚ ਐਨਕ ਪਾਈ ਹੁੰਦੀ ਹੈ। ਇਹਦੇ ਨਾਲ ਬੜਾ ਕਸਮੇ ਇਹਦੇ ਨਾਲ ਬੜਾ ਨਜ਼ਰ ਆਉਂਦਾ ਪ੍ਰੈਸ਼ਰ ਪੈਂਦਾ ਹੈ। ਅੱਛਾ ਮੇਰੇ ਐਸੇ ਮਤਲਬ ਤੁਹਾਨੂੰ ਸਵੇਰ ਨਾ ਬੜਾ ਪ੍ਰੈਸ਼ਰ ਪੈਂਦਾ ਕੋਈ ਗੱਲ ਨਹੀਂ ਹੱਦ ਮੁੱਕੀ ਤੇ ਨਹੀਂ ਲਾਵਾ ਜੋ ਵੈਸੇ ਵੀ ਗੱਲ ਕਰਦੇ ਕਿ ਬੜਾ ਪ੍ਰੈਸ਼ਰ ਹੁੰਦਾ ਹੈ ਜਨਾਬ ਕਿ ਅਗਲੇ ਨੇ ਐਨਕ ਲਾਈ ਹੈ ਉਤੋਂ ਇੰਟੈਲੀਜੈਂਟ ਨਜ਼ਰ ਵੀ ਆ ਰਿਹਾ ਹੈ। ਅੱਛਾ ਵਿੱਚੋਂ ਬੈਕ ਸਟੋਰੀ ਉਹਨਾਂ ਨੇ ਪਤਾ ਕਿ ਨਜ਼ਰ ਵੀਕ ਹੈ। ਐਵੇਂ ਨਾ ਤੈਨੂੰ ਮੈਂ ਇਹਦੇ ਨਾਲੋਂ ਇੰਟੈਲੀਜੈਂਟ ਕੀ ਬੰਦਾ ਹੋਣਾ ਕਿ ਤੈਨੂੰ 6-7 ਵਾਰੀ ਅੰਗੂਠੀ ਵਿਖਾਤੀ ਤੈਨੂੰ ਪਤਾ ਨਹੀਂ ਲੱਗਾ? ਨਹੀਂ ਪਤਾ ਮੈਨੂੰ ਸਾਰਾ ਹੀ ਜਨਾਬ ਸ਼ੁਕਰ ਹੈ ਲਾਮੇ ਦਾ ਇਹ ਅੰਗੂਠੀ ਨਾਜ਼ਰੀ ਨੇ ਮੇਰੇ ਕੋਲ ਕਿੰਨੇ ਸਾਲ ਹੋ ਗਏ। ਤੁਸੀਂ ਮੇਰੀ ਵੀਡੀਓ ਚ ਕਿ ਤੀਜੀ ਵਾਰੀ ਇਹਨਾਂ ਨੇ ਦੱਸਿਆ ਸੋ ਵੇਖ ਲਓ ਇਹਨਾਂ ਦੀ ਅੰਗੂਠੀ ਨੂੰ ਨਿਸ਼ਾਨੀ ਲਾ ਲਓ ਐ ਕੋਈ ਜਿੰਨੇ ਸਾਲ ਵੀ ਯਾਦ ਰੱਖੋ। ਨਹੀਂ 9 ਸਾਲ ਹੋ ਗਏ ਨੇ ਅੰਗੂਠੀ ਨੂੰ। ਹਾਂ ਜਦੋਂ ਮੈਂ ਕੈਮਰਾ ਖੋਲ੍ਹਿਆ ਸਭ ਤੋਂ ਪਹਿਲੇ ਅੰਗੂਠੀ ਨਾਮਾ ਸ਼ੁਰੂ ਹੋ ਜਾਂਦਾ। ਅੰਗੂਠੀ ਨਾਮਾ ਸ਼ੁਰੂ ਹੁੰਦਾ ਜਨਾਬ। ਅੱਛਾ ਜਨਾਬ ਮੈਨੂੰ ਨਾ ਕੱਲ ਨਾ ਮੇਰੀ ਵੀਡੀਓ ਦੇ ਵਿੱਚ ਨਾ ਇੱਕ ਕਮੈਂਟ ਆਇਆ ਸੀ ਮਤਲਬ ਇੱਕ ਅਕਸਰ ਆਉਂਦੇ ਨੇ ਤੇ ਉਹ ਮੈਨੂੰ ਐ ਸੀ ਕਿ ਮਤਲਬ ਉਹਨਾਂ ਦਾ ਮਕਸਦ ਐ ਸੀ ਮੇਰੇ ਭੈਣਾਂ ਜਾਂ ਭਰਾਵਾਂ ਦਾ ਕਿ ਤੁਹਾਡਾ ਆਪਣੀ ਬੁੱਢੀ ਦੇ ਨਾਲ ਜਾਂ ਮਤਲਬ ਤੇਰਾ ਮੇਰੇ ਨਾਲ ਬਹੁਤ ਇੱਕ ਅੱਛੀ ਉਹ ਵਾਲੀ ਹੈ ਬੌਂਡਿੰਗ। ਆਹੋ ਉਹ ਵਾਲੀ ਨਾ ਕਨੈਕਸ਼ਨ ਹੈ। ਠੀਕ ਹੈ ਇਹ ਕਿੰਜ ਹੋਇਆ ਤੂੰ ਮੈਨੂੰ ਪੁੱਛੋ ਨਾ ਹੈ ਉਹ ਮੈਨੂੰ ਪੁੱਛੋ ਕਿ ਅੱਛਾ ਚੱਲ ਤੂੰ ਦੱਸ ਕੀ ਸੀ ਕਿਉਂ ਹੋਇਆ ਚੱਲ ਤੂੰ ਦੱਸ। ਬਸ ਸੁਣੀ ਜਾ ਇਹਨਾਂ ਦੇ ਚੁੱਪ ਕਰਕੇ
ਇਹਨਾਂ ਦੀ ਇਹ ਤਾਰੀਫਾਂ ਕਰਨ ਜੋ ਮਰਜ਼ੀ ਕਰਨ, ਬਸ ਚੁੱਪ ਕਰਕੇ ਸੁਣ ਲਵੋ। ਤਾਰੀਫਾਂ ਤੁਹਾਡੀਆਂ ਕਰੀਦੀਆਂ ਨਹੀਂ ਮੇਰੀਆਂ ਨਹੀਂ, ਆਪਣੇ ਤੁਸੀਂ ਹੁਣ ਤੁਸੀਂ ਅੰਗੂਠੀ ਦਾ ਸੁਣਾ ਛੜਿਆ, ਤੁਸੀਂ ਆਪਣੀ ਤਾਰੀਫ ਦੇ ਵਿੱਚ ਐਨਕ ਦਾ ਵੀ ਕੀ ਸੁਣਾ ਛੜੀ ਆਈ, ਇਹ ਵਾਲੀ ਮੈਂ ਸੁਣਦੀ ਰਹਿਣੀ ਝੂਠੀਆਂ ਝੂਠੀਆਂ। ਤੁਹਾਨੂੰ ਖੁਸ਼ ਰੱਖਣਾ ਜਨਾਬ। ਨਹੀਂ ਨਾਜ਼ਰੀਨ, ਉਹ ਪਤਾ ਇੱਕ ਮਸਲਾ ਕੀ ਹੈ, ਮੈਨੂੰ ਪਤਾ ਵੇ ਕਿ ਇਨਸਾਨ ਜਿਹੜਾ ਹੈ ਨਾ ਉਹ ਨਾਰਮਲ, ਮੈਂ ਅਕਸਰ ਗੱਲ ਕਰਨਾ ਹੁੰਦਾ ਜਨਾਬ, ਮੈਂ ਤੁਹਾਡੇ ਨਾਲ ਗੱਲ ਕਰਨ ਦੇ, ਮੈਂ ਨਾਜ਼ਰੀਨ ਨਾਲ ਹੀ ਕਰਨ ਦਿਆ ਕਿ ਅਕਸਰ ਮੈਂ ਗੱਲ ਕਰਨਾ ਹੁੰਦਾ ਵਾ ਕਿ ਜਿਹੜੇ ਸਾਡਾ ਨਾ ਪਾਕਿਸਤਾਨ ਦਾ ਇੱਕ ਕਲਚਰ ਹੈ, ਸਾਡੇ ਫਿਰ ਇੱਕ ਪੰਜਾਬ ਦਾ ਕਲਚਰ ਹੈ, ਫਿਰ ਇੱਕ ਸਾਡੇ ਸ਼ਹਿਰ ਦਾ ਕਲਚਰ ਹੈ, ਸਾਡੀ ਗਲੀ ਦਾ, ਤੇ ਐਂਡ ਦੇ ਉੱਤੇ ਆਉਂਦਾ ਤੁਹਾਡੇ ਘਰ ਦਾ ਕਲਚਰ ਵੀ ਹੁੰਦਾ ਹੈ ਨਾ। ਮਿਸਾਲ ਦੇ ਤੌਰ ਤੇ ਘਰ ਦੇ ਵਿੱਚ ਕਈ ਜਿਹੜੇ ਨੇ ਉਹ ਛਾਬੀ ਦੇ ਵਿੱਚ ਰੋਟੀ ਦਿੰਦੇ ਨੇ, ਤੇ ਕਈ ਜਿਹੜੇ ਪਲੇਟ ਦੇ ਵਿੱਚ ਹੀ ਰੱਖ ਕੇ ਦੇ ਛੱਡਦੇ ਨੇ। ਸਹੀ ਹੈ, ਮੈਂ ਅਕਸਰ ਗੱਲ ਕਰਨਾ ਹੁੰਦਾ ਵਾ ਕਿ ਜਦੋਂ ਦੋ ਕਲਚਰ ਮਤਲਬ ਮੀਆਂ ਔਰ ਬੀਵੀ ਦੋ ਕਲਚਰ ਰਲਦੇ ਨੇ ਨਾ ਤੇ ਪਰੇਸ਼ਾਨੀ ਹੁੰਦੀ ਹੈ। ਸ਼ੁਰੂ ਦੇ ਵਿੱਚ ਮੈਨੂੰ ਪਤਾ ਜਨਾਬ, ਮੈਂ ਤੁਹਾਡੇ ਨਾਲ ਵੀ ਮੇਰਾ ਨਾ ਥੋੜੀ ਕਈਆਂ ਗੱਲਾਂ ਤੋਂ ਇਖਤਲਾਫ ਰਹਿੰਦਾ ਸੀ, ਠੀਕ ਹੈ, ਸ਼ੁਰੂ ਵਾਲੇ ਸਾਲਾਂ 1-2 ਸਾਲ ਆਹੋ ਉਹ ਲੱਗਦੇ ਤੁਹਾਨੂੰ ਪਤਾ ਨਹੀਂ ਤੈਨੂੰ ਇਹ ਗੱਲ ਯਾਦ ਹੈ ਕਿ ਨਹੀਂ। ਪਹਿਲੀ ਵਾਰੀ ਜਦੋਂ ਤੂੰ ਮੈਨੂੰ ਸ਼ਿਕਾਇਤ ਲਾਈ ਸੀ ਨਾ, ਠੀਕ ਹੈ, ਤੈਨੂੰ ਨਹੀਂ ਯਾਦ, ਮੈਂ ਪਹਿਲੀ ਵਾਰੀ ਤੈਨੂੰ ਦੱਸਣ ਦਿਆ ਵਾਂ, ਪਹਿਲੀ ਵਾਰੀ ਜਦੋਂ ਤੂੰ ਮੈਨੂੰ ਸ਼ਿਕਾਇਤ ਲਾਈ ਸੀ ਨਾ ਮੇਰੇ ਕਿਸੇ ਵੀ ਕੰਮ ਦੀ ਵਜ੍ਹਾ ਤੋਂ ਕਿ ਵੀ ਮੈਨੂੰ ਤੁਹਾਡਾ ਫਲਾਣਾ ਕੰਮ ਨਹੀਂ ਚੰਗਾ ਲੱਗਦਾ, ਤੇ ਤੂੰ ਮੈਨੂੰ ਡਾਇਰੈਕਟ ਨਹੀਂ ਸੀ ਕਿਹਾ, ਤੂੰ ਮੈਨੂੰ ਖਤ ਲਿਖਿਆ ਸੀ। ਹੈ ਅੱਲਾ ਦੀ ਕਸਮ, ਅੱਛਾ ਤੂੰ ਖਤ ਦੇ ਵਿੱਚ ਕਿਹਾ ਸੀ ਕਿ ਮੁਝੇ ਇਹ ਆਪਕੀ ਚੀਜ਼ें नहीं। ਹਾਂ ਮੈਨੂੰ ਯਾਦ ਆਇਆ, ਇਹ ਹੋ ਹਾਏ ਕਿਹੋ ਜਿਹੇ ਅਸੀਂ ਲੋਕ ਸੀ, ਮੈਨੂੰ ਤੇ ਪਤਾ ਹੀ ਨਹੀਂ। ਹਾਂ ਮਤਲਬ ਇੱਕ ਕਮਰੇ ਦੇ ਵਿੱਚ ਰਹਿੰਦੇ ਪਏ, ਘਰ ਦੇ ਵਿੱਚ ਰਹਿੰਦੇ ਆ, ਤੇ ਤੂੰ ਮੈਨੂੰ ਖਤ ਲਿਖ ਕੇ ਤੇ ਤੂੰ ਮੈਨੂੰ ਇੰਜ ਕਰਕੇ ਦੇ ਕੇ ਤੇ ਚਲੀ ਗਈ ਸੀ। ਮਤਲਬ ਇੰਨੀ ਰਿਸਪੈਕਟ ਸੀ ਤੈਨੂੰ ਮੇਰੇ ਨਾਲ ਗੱਲ ਕਰਨ ਦੀ ਨਾ। ਤੇ ਪਤਾ ਨਹੀਂ ਫਿਰ ਇਹ ਹੁੰਦਾ ਵੇ ਕਿ ਜਦੋਂ ਤੁਸੀਂ ਵੇਖਦੇ ਹੋ ਨਾ ਆਪਣੀ ਬੇਗਮ ਦੇ ਵਿੱਚ, ਆਪਣੀ ਬੀਵੀ ਦੇ ਵਿੱਚ, ਕਿ ਯਾਰ ਤੇ ਵਾਹ ਹੀ ਰਿਸਪੈਕਟ ਕਰਨ ਦੀ ਹੈ ਕਿ ਇਹਨਾਂ ਤੇ ਮੇਰੀ ਬਣਦੀ ਨਹੀਂ ਵੇ ਤੇ ਸਲੈਕ ਨਹੀਂ। ਆਹੋ, ਤੇ ਫਿਰ ਤੁਹਾਨੂੰ ਨਾ ਕਿਤੇ ਤੁਹਾਨੂੰ ਉਹਦੇ ਵਾਸਤੇ ਮੁਹੱਬਤ ਜਾਂ ਰਿਸਪੈਕਟ ਜਾਂ ਇੱਜ਼ਤ ਜਿਹੜੀ ਨਾ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਸਹੀ ਹੈ। ਹਾਂ ਮੈਨੂੰ ਤੁਸੀਂ ਨਾ ਨਵੀਂ ਗੱਲ ਦੱਸੀ, ਮੈਂ ਬੱਚਿਆਂ ਨੂੰ ਜਾ ਕੇ ਦੱਸਣੀ। ਤੁਸੀਂ ਮੈਨੂੰ ਦੱਸਿਆ, ਮੈਨੂੰ ਨਹੀਂ ਯਾਦ, ਮੈਨੂੰ ਸਾਰਾ ਕੁਝ ਯਾਦ ਹੈ। ਮੈਂ ਨਾਜ਼ਰੀਨ ਇਹਨੂੰ ਮੇਰੀ ਨਾ ਡੇਟ ਆਫ ਬਰਥ ਯਾਦ ਰਹਿੰਦੀ ਹੈ, ਬਲਕਿ ਇਹਨੂੰ ਆਪਣੀ ਵੀ ਨਹੀਂ ਯਾਦ ਰਹਿੰਦੀ। ਮੈਨੂੰ ਡੇਟਾਂ ਦੇ ਮਾਮਲੇ 'ਚ ਹੁੰਦਾ ਹੈ ਹਰ ਬੰਦੇ ਵੀਕ, ਮੈਂ ਵੀ ਡੇਟ ਵਗੈਰਾ ਯਾਦ ਰੱਖਣੀ, ਕਿਸੇ ਦੀ ਸ਼ਾਦੀ ਦੀ, ਬਰਥਡੇ ਦੀ, ਮੈਨੂੰ ਨਹੀਂ ਯਾਦ ਰਹਿੰਦੀਆਂ ਤਾਰੀਖਾਂ, ਮੈਨੂੰ ਭੁੱਲ ਜਾਂਦੀਆਂ ਨੇ। ਤੇ ਹਮੇਸ਼ਾ ਇਹ ਇਹਨਾਂ ਦੀ ਖੂਬੀ ਹੈ ਕਿ ਇਹ ਨਾ ਹਰ ਬੱਚਿਆਂ ਦੀ ਵੀ ਸ਼ਾਦੀ ਦੀ, ਅਸੀਂ ਮੰਗਣੀ ਦੀ, ਜਾਂ ਕਿਤੇ ਵੀ ਕੋਈ ਵੀ ਛੋਟਾ ਜਿਹਾ ਸੀਨ ਹੋਇਆ ਤੇ ਇਹਨਾਂ ਨੂੰ ਹਰ ਡੇਟ ਯਾਦ ਹੈ, ਤੇ ਉਹ ਦਿਨ ਵੀ ਯਾਦ, ਇਹਨਾਂ ਨੂੰ ਟਾਈਮ ਵੀ ਯਾਦ ਰਹਿੰਦਾ। ਮੈਨੂੰ ਨਹੀਂ ਯਾਦ ਰਹਿੰਦਾ, ਤੇ ਮੈਂ ਕੀ ਕਰਾਂ ਫਿਰ? ਹੁਣ ਮੈਨੇ ਉਹਦੇ ਵਿੱਚ ਕੀ ਕਰਾਂ ਮੈਂ, ਤੁਸੀਂ ਦੱਸੋ। ਨਹੀਂ ਮਤਲਬ ਗੱਲ ਕਰਨ ਦਾ ਐਪਰੀਸ਼ੀਏਟ ਤੇ ਕਰ ਸਕਦੇ ਹੋ। ਮੈਂ ਤਾਂ ਹੋਇਆ ਉਹ ਤਾਂ ਹੁਣ ਮੈਂ ਵੇਖੋ ਨਾ ਵੀਡੀਓ 'ਚ ਸਾਰੀ ਉਮਰ ਤਾਂ ਯਾਦ ਰਹਿਣੀ ਹੈ YouTube ਤੇ, ਮੈਂ ਤੁਹਾਡੀ ਤਾਰੀਫਾਂ ਕਰਨ ਦਈ ਐ। ਮੈਂ ਤੁਹਾਨੂੰ ਕਿਹਾ ਹੁਣੇ ਮੈਂ 2 ਮਿੰਟ ਪਹਿਲੇ ਵੀ ਕਿਹਾ ਸੀ, ਬਸ ਤੁਸੀਂ ਇਹਨਾਂ ਦੀ ਤਾਰੀਫਾਂ ਕਰਨੀਆਂ ਨੇ ਤੇ ਇਹਨਾਂ ਦੀ ਤਾਰੀਫਾਂ ਸੁਣੀ ਜਾਣਾ ਤੇ ਲੜਾਈ ਕਦੀ ਨਹੀਂ ਹੋਣੀ। ਪੁਆਇੰਟ ਜਿਹੜਾ ਨਾ ਫਿਰ ਅਸੀਂ ਖਿਲਰਦੇ ਆ ਪੁਆਇੰਟ ਦੇ ਉੱਤੋਂ ਕਿ ਜਦੋਂ ਨਾ ਤੁਹਾਡੀ ਬੇਗਮ ਤੁਹਾਡੀ ਇੱਜ਼ਤ ਕਰਨ ਦਈ ਹੈ, ਇਹਦੇ ਵਿੱਚ ਨਾ ਮੈਂ ਹੁਣ ਸਿੱਧੀ ਨਾ ਇਹਨੂੰ ਗੱਲ ਨੂੰ ਜ਼ਰਾ ਸਿੱਧਾ ਕਰ ਛੱਡਾਂ। ਅਗਰ ਤੁਹਾਡੀ ਬੇਗਮ ਤੁਹਾਡੀ ਇੱਜ਼ਤ ਕਰਨ ਦਈ ਹੈ ਨਾ, ਠੀਕ ਹੈ, ਤੁਹਾਨੂੰ ਮਹਿਸੂਸ ਨਹੀਂ ਹੁੰਦਾ, ਉਹ ਕਰਨ ਦਈ ਹੁੰਦੀ ਹੈ ਲੇਕਿਨ ਤੁਹਾਨੂੰ ਮਹਿਸੂਸ ਨਹੀਂ ਹੁੰਦਾ। ਜਦੋਂ ਫਿਰ ਤੁਹਾਨੂੰ ਮਹਿਸੂਸ ਹੁੰਦਾ ਵੇ ਫਿਰ ਤੁਸੀਂ ਉਹਦਾ ਰਿਸਪੌਂਸ ਦਿੰਦੇ ਹੋ। ਹੁਣ ਅਗਰ ਤੁਹਾਨੂੰ ਪਲੱਸ ਔਰ ਪਲੱਸ ਚੀਜ਼ਾਂ ਅਗਰ ਰਲੰਦੀਆਂ ਨੇ, ਮੈਚ ਕਰਨ ਦੀਆਂ ਨੇ, ਤੁਸੀਂ ਪਲੱਸ ਦਾ ਜਵਾਬ ਪਲੱਸ ਦੇ ਵਿੱਚ ਦੇਂਦੇ ਹੋ ਤੇ ਤੁਹਾਡੀ ਅੰਡਰਸਟੈਂਡਿੰਗ ਹੋ ਜਾਣੀ ਹੈ ਯਾਰ। ਮੈਂ ਦੂਸਰੀ ਮੈਂ ਤੇਰੀ ਗੱਲ ਕਰਨਾ ਵਾ ਜਨਾਬ ਕਿ ਅਗਰ ਮੇਰੀ ਨੈਗੇਟਿਵ ਦਾ ਵੀ ਤੂੰ ਪਲੱਸ ਜਵਾਬ ਦਿੱਤਾ ਨਾ, ਬੜੀ ਵਾਰੀ ਤੂੰ ਮੈਨੂੰ ਪਲੱਸ ਜਵਾਬ ਦਿੱਤਾ ਵੇ। ਅਗਰ ਮੈਂ ਕੋਈ ਗੁੱਸੇ ਦੇ ਵਿੱਚ ਆ, ਅਵਲ ਤੇ ਮੈਂ ਨਹੀਂ ਹੁੰਦਾ, ਲੇਕਿਨ ਜੇ ਠੀਕ ਹੈ ਤੇ ਲੇਕਿਨ ਉਸ ਨੈਗੇਟਿਵ ਦਾ ਵੀ ਤੂੰ ਮੈਨੂੰ ਨਾ ਪਲੱਸ ਜਵਾਬ ਦਿੱਤਾ ਵੇ। ਔਰ ਇਹਨਾਂ ਚੱਕਰਾਂ ਦੇ ਵਿੱਚ ਨਾ ਮੈਨੂੰ ਮੇਰੇ ਦਿਮਾਗ ਦੇ ਵਿੱਚ ਇਹ ਵੀ ਸ਼ਾਇਦ ਰਹਿ ਗਿਆ ਹੋਵੇ ਕਿ ਨਹੀਂ ਯਾਰ ਇਹ ਤੇ ਮਤਲਬ ਠੀਕ ਹੈ, ਇਹ ਤੇ ਮਤਲਬ ਮੇਰੇ ਨੈਗੇਟਿਵ ਨੂੰ ਵੀ ਪਲੱਸ ਲੈਣ ਦੇ ਹੀ ਇਹਨਾਂ ਚੱਕਰਾਂ ਦੇ ਵਿੱਚ ਨਾ। ਮਕਸਦ ਗੱਲ ਕਰਨ ਦਾ ਇਹ ਵੇ ਕਿ ਅਗਰ ਮੈਂ ਗੁੱਸੇ ਦੇ ਵਿੱਚ ਆ ਨਾ, ਇਹ ਚੁੱਪ ਕਰ ਜਾਂਦੀ ਹੈ, ਤੇ ਜਦੋਂ ਇਹ ਗੁੱਸੇ ਦੇ ਵਿੱਚ ਹੁੰਦੀ ਨਾ ਤੇ ਫਿਰ ਤੇ ਮੈਂ ਬੇਹੋਸ਼ ਹੋ ਜਾਂਦਾ ਨਾ। ਮਤਲਬ ਮੈਨੂੰ ਐਸੀ ਮੈਂ ਗੁੱਸੇ ਚ ਹੋਵਾਂ ਨਾ ਤੇ ਉਹ ਕੀ ਕਹਿੰਦੇ ਨੇ, ਜ਼ਿਆਦਾਤਰ ਮੈਂ ਚੁੱਪ ਹੁੰਦੀ ਆ। ਮੈਂ ਆਪਣੇ ਮੂੰਹ ਤੇ ਨਹੀਂ ਕਹਿੰਦੀ, ਇਹ ਵੀ ਕਹਿਣਗੇ ਜ਼ਿਆਦਾਤਰ ਮੈਂ ਉੱਥੇ ਚੁੱਪ ਨਹੀਂ ਹੁੰਦੀ। ਮੈਂ ਚੁੱਪ ਉੱਥੇ ਬੈਠੀ ਹੋਵਾਂ ਤੇ ਸ਼ਾਇਦ ਬੋਲਦੀ ਰਹਾਂ, ਲੇਕਿਨ ਮੈਂ ਉੱਥੇ ਚਲੇ ਜਾਂਦੀ ਆ ਨਾ ਸਿਰਫ ਇਸ ਲਈ ਮਸਲਾ ਹੁੰਦਾ। ਜਿੰਜ ਮੈਂ ਜਾਣਾ ਵੇ ਇਹਨਾਂ ਨੇ ਫੌਰਨ ਵਾਪਸ ਆ ਕੇ ਤੇ ਆਪਣੀ ਗਲਤੀ ਹੈ ਵੀ ਨਹੀਂ ਹੈ, ਲੇਕਿਨ ਅਸੀਂ ਉਸੇ 5 ਮਿੰਟਾਂ ਸਾਡੀ ਨਾਲ ਲੜਾਈ ਖਤਮ ਹੋ ਜਾਂਦੀ ਹੈ ਸਾਡੀ। ਇੱਕ ਹੈ ਵੇ ਸ਼ੁਕਰ ਹੈ ਤੇ ਨਜ਼ਰ ਨਾ ਲਾਇਓ। ਮਾਸ਼ਾਅੱਲਾ ਮਾਸ਼ਾਅੱਲਾ ਕਹਿ ਦਿਓ, ਮੈਨੂੰ ਪਤਾ ਨਜ਼ਰ ਨਹੀਂ ਭੈਣ ਭਰਾਵਾਂ ਦੀ ਲਾਤੀ, ਬਸ ਇਹ ਹੁੰਦਾ ਥੋੜਾ ਜਿਹਾ ਡਰ ਜਾਂਦਾ ਕਿ
ਕਿ ਆਪਣੇ ਪਿਆਰ ਦੀ ਇੱਕ ਨਜ਼ਰ ਹੁੰਦੀ ਹੈ। ਯਾਰ ਨਾਜ਼ਰੀਨਿਓ ਮੈਂ ਤੁਹਾਨੂੰ ਗੱਲ ਦੱਸਾਂ, ਅੱਲਾ ਦੀ ਕਸਮ, ਜੇ ਤੇ ਤੁਸੀਂ ਆਪਣੀ ਬੁੱਢੀ ਦੇ ਨਾਲ ਨਹੀਂ ਰਹਿਣਾ, ਠੀਕ ਹੈ ਨਾ, ਤੇ ਮੈਂ ਆਪਣੀਆਂ ਭੈਣਾਂ ਨੂੰ ਵੀ ਕਹਿੰਦੇ ਆ, ਜੇ ਤੁਸੀਂ ਆਪਣੇ ਬੰਦਿਆਂ ਦੇ ਨਾਲ ਨਹੀਂ ਰਹਿਣਾ ਫਿਰ ਤੇ ਉਹਨਾਂ ਨਾਲ ਤੁਸੀਂ ਪੂਰਾ ਦਿਨ ਲੜੀ ਰੱਖੋ, ਲੜੀ ਜਾਓ, ਅਗਲੇ ਦਿਨ ਵੀ ਲੜੀ ਜਾਓ। ਜੇ ਤੁਸੀਂ ਰਹਿਣਾ ਵੇ, ਜੇ ਤੁਸੀਂ ਇਕੱਠਿਆਂ ਰਹਿਣਾ ਵੇ, ਕੱਲ ਨੂੰ ਵੀ ਤੇ ਬੋਲਣਾ ਹੈ ਨਾ, ਤੇ ਤੁਸੀਂ 5 ਮਿੰਟ ਬਾਅਦ ਹੀ ਬੋਲਣਾ। ਹਾਂ ਨਹੀਂ ਸਾਡਾ ਇਹ ਬੜਾ ਹੁੰਦਾ, ਅਗਰ ਅਸੀਂ ਇੱਕ ਦਿਨ ਜਾਂ ਇੱਕ ਘੰਟਾ, ਇੱਕ ਦਿਨ ਵੀ ਨਹੀਂ ਮੈਂ ਕਹਿੰਦੀ, ਅਗਰ ਇੱਕ ਘੰਟਾ ਵੀ ਸਾਡੀ ਲੜਾਈ ਰਹੀ ਹੈ ਨਾ ਤੇ ਅਸੀਂ ਸੁਲ੍ਹਾ ਕਰ ਲਈਏ ਗੱਲ, ਲੇਕਿਨ ਉਹ ਘੰਟੇ ਦੀ ਅਸੀਂ ਜਿਹੜੀ ਵੈਲਿਊ ਉਹਨੂੰ ਅਸੀਂ ਫਿਰ ਬਹਿ ਕੇ ਦੋਵੇਂ ਆਪਣੇ ਆਪ ਨੂੰ ਅਸੀਂ ਕਹਿੰਦੇ ਕਿ ਅਸੀਂ ਉਹ 1 ਘੰਟਾ ਜ਼ਾਇਆ ਕੀਤਾ ਵੇ। ਹਾਂ ਅਸੀਂ 1 ਘੰਟਾ ਆਪਣੇ ਇਸ ਵਜ੍ਹਾ ਤੋਂ ਜ਼ਾਇਆ ਕੀਤਾ, ਜਿਹੜੀ ਟੈਨਸ਼ਨ ਵਧਾਈ, ਤੇ ਉਹ ਨਹੀਂ ਕਰਨਾ ਚਾਹੀਦਾ। ਅਗਰ ਤੁਸੀਂ ਕਰਨੀ ਹੈ ਘੰਟੇ ਨੂੰ 2 ਘੰਟੇ ਨੂੰ, ਤੁਸੀਂ 5 ਮਿੰਟ ਚ ਗੱਲ ਮੁਕਾਓ। ਹਾਂ ਤੇ ਤੁਸੀਂ ਵੀ ਅੱਗੇ ਤੁਰੋ। ਹਾਂ ਮੈਂ ਤਾਂ ਬਹੁਤ ਦੇਰ ਦੀ ਮੈਨੂੰ ਸ਼ਰਮ ਆਉਂਦੀ ਸੀ, ਮੈਂ ਕਿਹਾ ਐਵੇਂ ਕਰੀ ਜਾਂਦੇ। ਨਹੀਂ ਹੋਣਾ ਚਾਹੀਦਾ ਜਨਾਬ, ਕਿ ਮੇਰੀ ਗੱਲ ਸੁਣਨਾ, ਮੈਂ ਅਕਸਰ ਗੱਲ ਕਰਨਾ ਹੁੰਦਾ ਕਿ ਅਸੀਂ ਇੱਕ ਦੂਜੇ, ਅਸੀਂ ਨਾ ਜਦੋਂ ਜੰਮੇ ਸੀ ਤੇ ਸਾਨੂੰ ਨਾ ਆਪਣੀ ਬੋਲੀ ਆਂਦੀ ਸੀ, ਨਾ ਸਾਨੂੰ ਇਹ ਕਹਿਣਾ ਆਉਂਦਾ ਸੀ ਕਿ ਬਈ ਅਸੀਂ ਕੁਝ ਖਾਣਾ ਹੈ, ਕੁਝ ਪੀਣਾ ਹੈ, ਕੁਝ ਵੀ ਨਹੀਂ ਸੀ ਸਾਨੂੰ ਆਉਂਦਾ ਨਾ। ਅਸੀਂ ਵੇਖ ਕੇ ਸਿੱਖੇ ਆ। ਸ਼ਾਇਦ ਮੈਂ ਬੜੀ ਚੀਜ਼ਾਂ YouTube ਤੋਂ ਵੇਖ ਕੇ ਸਿੱਖੀਆਂ ਹੋਣ, ਸੁਣ ਕੇ ਸਿੱਖੀਆਂ ਹੋਣ। ਤੇਰੀ ਔਰ ਮੇਰੀ ਜਿਹੜੀ ਗੱਲ ਅਸੀਂ ਕਰਨ ਦੇ ਆ, ਸ਼ਾਇਦ ਇਹਦੇ ਤੋਂ ਇੱਕ ਬੰਦਾ ਵੀ ਅਗਰ ਕੈਚ ਕਰ ਜਾਵੇ। ਹਾਂ ਬਿਲਕੁਲ। ਤੇ ਨਹੀਂ ਇਹ ਜਿਹੜਾ ਸਵਾਲ ਤੁਹਾਨੂੰ ਆਇਆ ਨਾ, ਤੇ ਮੈਨੂੰ ਵੀ ਬੜੀ ਦਫਾ ਆਇਆ, ਲੇਕਿਨ ਉਹੀ ਗੱਲ ਕਿ ਕਦੀ ਇੰਜ ਦਾ ਮੌਕਾ ਨਹੀਂ ਮਿਲਿਆ ਬਹਿ ਕੇ ਇਸ ਟੌਪਿਕ ਨੂੰ ਛੇੜਨ ਦਾ। ਮੈਨੂੰ ਥੋੜੀ ਜਿਹੀ ਨਾ ਝਿਜਕ ਜਿਹੀ ਵੀ ਆਉਂਦੀ ਹੈ, ਥੋੜੀ ਜਿਹੀ, ਕਿ ਮੈਂ ਹੁਣ ਇਹਨਾਂ ਨੂੰ ਪੁੱਛਾਂ ਮੇਰੇ ਬਾਰੇ ਦੱਸੋ ਤੁਸੀਂ, ਤੇ ਜਾਂ ਮੈਂ ਇਹ ਮੈਨੂੰ ਪੁੱਛਾਂ, ਮੈਨੂੰ ਥੋੜੀ ਸ਼ਰਮ ਵੀ ਆਉਂਦੀ ਹੈ। ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ ਕਿ ਅਗਰ ਤੁਹਾਨੂੰ ਕਿਸੇ ਦੇ ਨਾਲ ਪਿਆਰ ਹੈ ਤੇ ਤੁਸੀਂ ਉਹਦਾ ਇਜ਼ਹਾਰ ਕਰੋ, ਠੀਕ ਹੈ ਨਾ, ਪਿਆਰ ਵੱਧਦਾ ਹੈ। ਇਹ ਲੌਜੀਕਲੀ ਵੀ ਇੰਜ ਹੈ ਕਿ ਮੈਂ ਤੈਨੂੰ ਅਗਰ ਕਹੀ ਜਾਵਾਂ ਕਿ ਯਾਰ ਮੁਝੇ ਬਹੁਤ ਅੱਛੇ ਲੱਗਤੇ ਹੋ, ਬਹੁਤ ਅੱਛੇ ਲੱਗਤੇ ਹੋ, ਬਹੁਤ ਅੱਛੇ ਲੱਗਤੇ ਹੋ, ਤੇ ਇਹਦੇ ਨਾਲ ਪਿਆਰ ਘਟਣਾ ਤੇ ਨਹੀਂ, ਇਹਦਾ ਰਮ ਵਧਣਾ ਹੀ ਹੈ। ਮੇਰੇ ਖਿਆਲ ਵਿੱਚ 2 ਮੀਆਂ ਬੀਵੀ ਦੇ ਮਤਲਬ 2 ਗੱਲਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ, ਇੱਕ ਵੀ ਟਰਸਟ, ਠੀਕ ਹੈ, ਤੇ ਇੱਕ ਰਿਸਪੈਕਟ। ਹਾਂਜੀ 2 ਚੀਜ਼ਾਂ ਅਗਰ ਤੁਸੀਂ ਪੱਲੇ ਬੰਨ ਲੋਗੇ ਨਾ, ਕਿ ਟਰਸਟ ਹੈ ਕਿ ਆਪਣੇ ਬੰਦੇ ਦੇ ਇਤਬਾਰ ਕਰੋ, ਬੰਦਾ ਬੀਬੀ ਤੇ ਕਰੇ, ਤੇ ਕਦੀ ਵੀ ਉਹ ਚੀਜ਼ ਨਹੀਂ ਆਉਂਦੀ। ਦੂਸਰਾ ਰਿਸਪੈਕਟ, ਅਗਰ ਬੰਦਾ ਇੱਜ਼ਤ ਕਰਨ ਦੇ ਆ ਨਾ, ਤੇ ਮੇਰੇ ਖਿਆਲ ਬੁੱਢੀ ਨੂੰ ਉਸ ਬਹੁਤੀ ਇੱਜ਼ਤ ਦੇਣੀ ਚਾਹੀਦੀ। ਕਮ ਸੇ ਕਮ ਇਹ ਨਹੀਂ ਕਿ 4 ਜੀਆਂ ਚ, ਅਗਰ ਤੁਹਾਡੇ ਬੱਚੇ ਵੀ ਤੁਹਾਡੇ ਕੋਲ ਨੇ ਨਾ, ਤੇ ਅਗਰ ਤੁਸੀਂ ਮੇਰੀ ਇੱਜ਼ਤ ਕਰੋਗੇ ਨਾ, ਬੱਚੇ ਵੇਖਣ ਦੇ ਨੇ। ਅਗਰ ਮੈਂ ਤੁਹਾਡੀ ਇੱਜ਼ਤ ਕਰਾਂ, ਬੱਚੇ ਉਹ ਵੇਖਣ ਦੇ ਨੇ, ਬੱਚੇ ਉਹ ਤਰਬੀਅਤ ਚ ਆ ਜਾਂਦਾ। ਬੱਚਿਆਂ ਨੂੰ ਪਤਾ ਚੱਲਣਾ ਸਾਡੇ ਮਾਂ-ਬਾਪ ਇੱਕ ਦੂਜੇ ਨੂੰ ਕਿੰਜ ਬੁਲਾਉਂਦੇ ਨੇ, ਕਿੰਜ ਰਹਿੰਦੇ ਨੇ। ਹਾਂ ਉਹ ਵੀ ਫਿਰ ਇਸ ਤਰ੍ਹਾਂ ਕਰਨਗੇ, ਤੇ ਉਹ ਅੱਗੋਂ ਜੂਜੂ ਵੱਡੇ ਹੋਣਗੇ ਤੇ ਉਹਨਾਂ ਨੂੰ ਪਤਾ ਨਾ ਕਿ ਸਾਡੇ ਮਾਂ-ਪਿਓ ਨੇ ਅੱਜ ਤੱਕ ਇੱਕ ਦੂਜੇ ਨੂੰ ਉੱਚੀ ਆਵਾਜ਼ ਨਹੀਂ ਬੁਲਾਇਆ, ਤੇ ਅਸੀਂ ਆਪਣੇ ਮਾਂ-ਪਿਓ ਨੂੰ ਉੱਚੀ ਆਵਾਜ਼ 'ਚ ਨਹੀਂ ਬੁਲਾਣਾ। ਸਾਡੇ ਘਰ 'ਚ ਰਿਵਾਜ ਨਹੀਂ ਹੈ, ਤੇ ਅਸੀਂ ਬੋਲੀ ਦਾ ਹੁੰਦਾ ਸੀ, ਗੁੱਸਾ ਆਉਂਦਾ ਹੁੰਦਾ ਸੀ, ਲੇਕਿਨ ਜਦੋਂ ਤੁਸੀਂ ਆਹਿਸਤਾ ਆਹਿਸਤਾ ਮੈਚੁਰ ਹੁੰਦੇ ਨਾ ਤੁਹਾਡੀ ਜ਼ਿੰਦਗੀ। ਹਾਂ ਤੇ ਲੇਕਿਨ ਅਸੀਂ ਇਹ ਥੋੜਾ ਜਿਹਾ ਨਿਚੋੜ ਮੈਂ ਕੱਢਿਆ ਕਿ ਇੱਕ ਇੱਜ਼ਤ ਇੱਕ ਦੂਸਰੇ ਦੀ ਕਰੋ, ਤੇ ਇੱਕ ਟਰਸਟ ਕਰੋ, ਤੇ ਮੇਰੇ ਖਿਆਲ 'ਚ ਮਾਸ਼ਾਅੱਲਾ ਕਿਤੇ ਨਹੀਂ ਜਾਂਦੇ, ਨੋ ਟੈਨਸ਼ਨ। ਤੇ ਮੇਰੇ ਖਿਆਲ 'ਚ ਕਾਫੀ ਲੰਬੀ ਚੌੜੀ ਗੱਲ ਤਰੀਫਾਂ, ਇੱਕ ਸ਼ਾਹ ਜੀ ਹੋ ਗਿਆ, ਤੇ ਅਸੀਂ ਹੁਣ ਚਾਲੇ ਮਾਰ ਕੇ ਨਹੀਂ, ਬੜਾ ਜ਼ਰੂਰੀ ਟੌਪਿਕ ਸੀ ਜਿਹੜਾ ਮੈਂ ਬੜੀ ਵਾਰੀ ਕੋਸ਼ਿਸ਼ ਕਰਨੀ ਸੀ ਮੈਂ ਛੇੜਾਂ, ਲੇਕਿਨ ਉਹ ਗੱਲ ਨਹੀਂ ਸੀ ਬਣਦੀ। ਅੱਜ ਗੱਡੀ 'ਚ ਬੈਠ ਕੇ ਟੌਪਿਕ ਆ ਗਿਆ। ਅੱਲਾ ਦੀ ਕਿਸਮਤ, ਜੇ ਤੁਸੀਂ ਸਹੀ ਪੁੱਛੋ ਨਾ ਜਨਾਬ, ਮੈਂ ਇਹਦੇ ਉੱਤੇ ਤਕਰੀਬਨ ਵਾਵਾ ਹੀ ਲੰਬਾ ਚੌੜਾ ਬੋਲ ਸਕਣਾ ਵਾ। ਚਲੋ ਤੁਸੀਂ ਆਪਣੀ ਵਲੌਗ 'ਚ ਦੱਸਿਓ ਜੋ ਤੁਹਾਨੂੰ। ਇਹ ਮੇਰਾ ਹੀ ਸਵਾਲ ਮੇਰੇ ਲਈ ਆਂਦੇ ਸਾਨੂੰ, ਤੁਸੀਂ ਵੀ ਅੱਜ ਕਲੀਅਰ ਕਰਤਾ, ਤੇ ਮਿਹਰਬਾਨੀ। ਇਨਸ਼ਾਅੱਲਾ ਤੇ ਕਰਾਂਗੇ ਗੱਲ, ਕਿਉਂਕਿ ਮੈਨੂੰ ਪਤਾ ਵੀ ਯਾਰ ਕਿ ਕੈਸਾ ਅਜ਼ਾਬ ਵਾਲਾ ਟਾਈਮ ਹੋਣਾ ਵੇ, ਇੱਕ ਬੰਦਾ ਘਰ ਗਿਆ ਵੇ ਔਰ ਉਹਦੀ ਬੇਗਮ ਉਹਨੂੰ ਨਹੀਂ ਸਹੀ ਬੁਲਾਉਂਦੀ, ਜਾਂ ਕੈਸਾ ਅਜ਼ਾਬ ਵਾਲਾ ਟਾਈਮ ਹੋਣਾ ਵੇ ਕਿ ਬੰਦਾ ਬੰਦਾ ਘਰ ਜਦੋਂ ਗਿਆ ਵੇ ਤੇ ਬੁੱਢੀ ਨੂੰ ਲੱਗਿਆ ਵੇ ਇਹ ਕੀ ਆ ਗਿਆ, ਇਹ ਕੌਣ ਘਰ ਆ ਗਿਆ, ਨਹੀਂ ਹੋਣਾ ਚਾਹੀਦਾ। ਉਹ ਯਾਰ ਜਿੱਥੇ ਤੁਸੀਂ ਰੋਜ਼ ਮਿਲਣਾ ਵੇ ਉੱਥੇ ਤੇ ਸਕੂਨ ਹੋਣਾ ਚਾਹੀਦਾ। ਪਤਾ ਤੁਸੀਂ ਗੱਲ ਬਿਲਕੁਲ ਠੀਕ ਕਰਦੇ ਹੋ, ਲੇਕਿਨ ਹੈ ਸਾਡੇ ਮਾਸ਼ਰੇ ਵਿੱਚ ਹੈ ਨਹੀਂ ਐਸੇ ਫੈਮਲੀਆਂ ਜਿਨ੍ਹਾਂ ਥੋੜਾ ਜਿਹਾ ਉਹ ਹੈ ਵੀ ਮੁਸ਼ਕਲ ਉਹਨਾਂ ਨੂੰ ਘਰਾਂ ਵਿੱਚ ਇੱਕ ਦੂਜੇ ਨੂੰ ਸਹਿਣ ਦੀ। ਹਾਂ ਮੈਂ ਕਹਿੰਦੀ ਜਿਹੜੀਆਂ ਮੇਰੇ ਖਿਆਲ ਵਿੱਚ ਸਾਡੀਆਂ ਮਾਂ ਪਿਓ ਕਹਿੰਦੇ ਨਾ, ਤੁਸੀਂ ਤੁਹਾਡੇ ਵਿਆਹ ਕਰਤੇ ਨੇ, ਤੁਹਾਡੀ ਇੱਥੇ ਹੀ ਨਿਕਲਣ, ਤੁਸੀਂ ਇੱਥੋਂ ਹੀ ਮਾਰ ਕੇ ਨਿਕਲਿਓ, ਮਿਸਾਲ ਦੇ ਤੌਰ ਤੇ। ਅੱਜ ਕੱਲ ਪੜ੍ਹਾਈ, ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਆ ਗਈਆਂ ਨੇ, ਜ਼ਿਆਦਾਤਰ ਜਿਹੜੇ ਯੰਗ ਬੱਚੀਆਂ ਨੇ ਨਾ, ਉਹਨਾਂ ਵਿੱਚ ਬਰਦਾਸ਼ਤ ਬਹੁਤ ਘੱਟ ਵੇ, ਉਹਨਾਂ ਵਿੱਚ ਬਰਦਾਸ਼ਤ ਸੱਚੀ ਪੁੱਛੋ ਬਹੁਤ ਘੱਟ ਵੇ। ਉਹ ਸੋਸ਼ਲ ਮੀਡੀਆ ਇੰਨਾ ਫਾਲੋ ਕਰਦੀਆਂ ਨੇ, ਉਹਨਾਂ ਨੂੰ ਆਪਣਾ ਹਰ ਚੀਜ਼ ਤੇ ਹੱਕ ਮੰਗਦੀਆਂ ਨੇ। ਇੱਥੇ ਬੋਲਣ ਦਾ ਮੇਰਾ ਹੱਕ ਹੈ, ਇੱਥੇ ਕਰਨ ਦਾ ਮੇਰਾ ਹੱਕ ਹੈ, ਹਰ ਚੀਜ਼ ਤੇ ਬੋਲਣਾ ਨਹੀਂ ਬਣਦਾ। ਅਗਰ ਤੁਸੀਂ ਉਸ ਚੀਜ਼ ਨੂੰ ਟਪਾ ਦਿੰਦੇ, ਉਹ ਟਾਈਮ ਤੁਸੀਂ ਟਪਾ ਦਿੰਦੇ ਹੋ ਨਾ, ਮੇਰੇ ਖਿਆਲ 'ਚ ਅਗਲਾ ਟਾਈਮ ਤਾਂ ਉਸ ਤੋਂ ਸੋਹਣਾ, ਫਿਰ ਸੋਹਣਾ ਡਬਲ ਹੋ ਕੇ ਨਿਕਲਦਾ ਵੇ। ਛੋਟੇ ਬੱਚਿਆਂ ਲਈ ਮੈਂ ਕਹਾਂਗੀ ਕਿ ਕਮ ਸੇ ਕਮ ਤੁਸੀਂ ਆਪਣਾ ਜਿਹੜਾ ਸਬਰ ਹੈ ਨਾ, ਉਹ ਅਗਰ ਤੁਸੀਂ ਉਸ ਟਾਈਮ ਕਰ ਲੋਗੇ ਨਾ, ਸੱਚੀ ਪੁੱਛੋ ਸੋਨੇ ਦੇ ਰੋਟੀਆਂ ਨੇ। ਹਾਂ ਸੋਨੇ ਦੇ ਰੋਟੀਆਂ ਨੇ, ਘਰ 'ਚ ਸੋਨੇ ਵਰਗਾ ਸਕੂਨ ਮਿਲਦਾ, ਹੀਰੇ ਵਰਗਾ ਤੁਹਾਨੂੰ
ਘਰ ਮਿਲਦਾ ਬੰਦਾ ਮਿਲਦਾ ਹਾਂ ਬੰਦਾ ਵੀ ਵਿੱਚ ਆਉਂਦਾ ਤੇ ਹੀਰੇ ਦੇ ਵਿੱਚ ਕਿ ਨਹੀਂ ਹਾਂ ਚਲੋ ਜੀ ਮੇਰੇ ਖਿਆਲ ਤੇਰਾ ਮੈਂ ਦੱਸ ਦਵਾਂ ਕਿ ਤੇਰਾ ਮਕਸਦ ਇਹ ਹੈ ਕਿ ਜਿਹੜਾ ਗੁੱਸੇ ਵਾਲਾ ਟਾਈਮ ਹੈ ਨਾ ਉਹ ਸਿਰਫ 2 ਮਿੰਟ ਤੁਸੀਂ ਕਿਤੇ ਚੁੱਪ ਕਰ ਜਾਓ ਤੇ ਬਾਕੀ ਜਿਹੜਾ ਨਾ ਅੱਗੇ ਸੋਨੇ ਮੇਰੇ ਖਿਆਲ ਵਿੱਚ ਨਾ ਕਿਉਂਕਿ ਮੇਰਾ ਬੰਦਾ ਵੇ ਬੰਦੇ ਸਾਰੇ ਇੱਕੋ ਜਿਹੇ ਹੁੰਦੇ ਨੇ ਮੇਰੇ ਖਿਆਲ 'ਚ ਨਾ ਅੱਜ ਕੱਲ੍ਹ ਜ਼ਮਾਨੇ ਵਿੱਚ ਹਮੇਸ਼ਾ ਜਨਾਬ ਲਿਖੀ ਬੜੀ ਗੱਲ ਨਹੀਂ ਮੈਂ ਵੇਖਿਆ ਕਿ ਤੁਸੀਂ ਇਹ ਬਹੁਤ ਨਾਰਮਲ ਇਨਸਾਨ ਨੇ ਇਹ ਬਹੁਤ ਗੁੱਸੇ ਵਾਲਾ ਨਹੀਂ ਬੰਦਾ ਨਾ ਲੇਕਿਨ ਜਿਸ ਟਾਈਮ ਇਹਨਾਂ ਨੂੰ ਗੁੱਸਾ ਆਉਂਦਾ ਨਾ ਇੰਤਹਾ ਆਉਂਦਾ ਉਹ ਟਾਈਮ ਬੁੱਢੀ ਨੂੰ ਹੀ ਚੁੱਪ ਕਰਨਾ ਪੈਂਦਾ ਕਿਉਂਕਿ ਉਹਨੂੰ ਆਪਣੇ ਬੰਦੇ ਦੀ ਨੇਚਰ ਦਾ ਪਤਾ ਹੋਵੇ ਕਿ ਇਹ ਕਦੀ ਨਹੀਂ ਆਇਆ ਅਗਰ ਅੱਜ ਇਹਦੇ ਕੋਈ ਬਹੁਤ ਜ਼ਿਆਦਾ ਹਿੱਟ ਕਰ ਗਈ ਗੱਲ ਤਾਂ ਇੰਨੇ ਗੁੱਸੇ 'ਚ ਆਇਆ ਅਗਰ ਮੈਂ ਉਹ ਟਾਈਮ ਤੇ ਵੀ ਤੁਹਾਡੇ ਬਰਾਬਰ ਮੁਕਾਬਲਾ ਕਰਾਂਗੀ ਨਾ ਉਹ ਕੰਮ ਬਹੁਤ ਖਰਾਬ ਹੋਣਾ ਕਿਉਂਕਿ 1-2 ਵਾਰੀ ਇੰਜ ਹੋ ਚੁੱਕਿਆ ਹੈ ਹੁੰਦਾ ਵੇ ਐਸ ਵੀ ਮੀਆਂ ਵੀ ਹੈ ਨਾ ਕਿ ਤੁਹਾਡੇ ਬਹੁਤ ਅੱਛੇ ਜਾਂਦੇ ਨੇ ਪੀਰੀਅਡ ਸਾਡੇ ਬੜੇ ਅੱਛੇ ਟਾਈਮ ਲੰਘੇ ਨੇ ਅਸੀਂ ਇੰਜ ਸਮੂਥਲੀ ਜਾਂਦੇ ਉਹ ਸਿੱਖ ਕੇ ਹਾਂ ਸਿੱਖ ਕੇ ਤੁਸੀਂ ਇੱਥੇ ਤੱਕ ਪਹੁੰਚਦੇ ਹੋ ਤੇ ਮੈਨੂੰ ਇਹ ਹੁੰਦਾ ਕਿ ਜਿਹੜਾ ਅਸੀਂ ਕਰ ਲਿਆ ਉਹ ਤੁਸੀਂ ਨਾ ਕਰੋ ਕਮ ਸੇ ਕਮ ਜਿਹੜੀ ਬੱਚੀਆਂ ਵਿਆਹੀਆਂ ਜਾਂਦੇ ਉਹ ਤੇ ਇਸ ਚੀਜ਼ ਨੂੰ ਫਾਲੋ ਕਰਨ ਕਿ ਸਬਰ ਬੜਾ ਜ਼ਰੂਰੀ ਹੈ ਇੱਥੇ ਨਾਜ਼ਰੀ ਮੈਂ ਨਿੱਕੀ ਜੀ ਗੱਲ ਕਰਕੇ ਮੈਂ ਖਤਮ ਕਰ ਲੱਗਾ ਗੱਲ ਸਾਡੇ ਨਾ ਟੀਚਰ ਹੁੰਦੇ ਸੀ ਉਹਨਾਂ ਦਾ ਨਾਮ ਪਤਾ ਨਹੀਂ ਕੀ ਸੀ ਪਰ ਇਹ ਟੀਚਰ ਸੀ ਯਾਰ ਇੱਕ ਟੀਚਰ ਸੀ ਸਹੀ ਹੈ ਉਹ ਨਾ ਸਾਨੂੰ ਨਾ ਸਪੋਰਟ ਤਾਂ ਕਰਦੇ ਸੀ ਮਤਲਬ ਕ੍ਰਿਕਟ ਜਿਹੜੀ ਨਾ ਕ੍ਰਿਕਟ ਉਹਨਾਂ ਦੇ ਜਿਵੇਂ ਹੁੰਦੀ ਸੀ ਸਹੀ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਹਿੰਦੇ ਕਿ ਯਾਰ ਇਹ ਤੁਹਾਡਾ ਜਿਹੜਾ ਨਾ ਭਾਵੇਂ ਦੋਸਤ ਹੈ ਲੇਕਿਨ ਇਸ ਟਾਈਮ ਤੁਹਾਡਾ ਕਪਤਾਨ ਹੈ ਔਰ ਕਪਤਾਨ ਨੇ ਜਿਹੜੀ ਵੀ ਗੱਲ ਤੁਸੀਂ ਕਰਨੀ ਹੈ ਨਾ ਜਿਹੜੀ ਵੀ ਗੱਲ ਉਹਨੇ ਕਪਤਾਨ ਨੇ ਕਰਨੀ ਹੈ ਤੇ ਤੁਸੀਂ ਜ਼ਰੂਰ ਮੰਨਣੀ ਹੈ ਭਾਵੇਂ ਤੁਹਾਨੂੰ ਨਹੀਂ ਚੰਗੀ ਲੱਗਣ ਦੀ ਲੇਕਿਨ ਜਦੋਂ ਮੈਚ ਖਤਮ ਹੋਏਗਾ ਨਾ ਫਿਰ ਤੁਸੀਂ ਆਪਣਾ ਦੱਸ ਸਕਦੇ ਹੋ ਕਿ ਯਾਰ ਕਪਤਾਨਿਆ ਇਹ ਤੂੰ ਕੀਤਾ ਕੀ ਸਾਡੇ ਨਾਲ ਮੈਂ ਅਗਰ ਉੱਥੇ ਖਲੋਂਦਾ ਤੇ ਚੰਗਾ ਨਹੀਂ ਸੀ ਲੇਕਿਨ ਉਸ ਟਾਈਮ ਉਹਦੀ ਗੱਲ ਮੰਨੀ ਕਿਉਂਕਿ ਉਹਨੇ ਉਸ ਟਾਈਮ ਮਾਨ ਦੇ ਨਾਲ ਕੀਤੀ ਹੈ ਤੁਹਾਡੇ ਨਾਲ ਅੱਛਾ ਮੈਂ ਗੱਲ ਇਹ ਕਰ ਲੱਗਾ ਜਨਾਬ ਅਗਰ ਮੇਰੇ ਬੜੀ ਵਾਰੀ ਮੈਂ ਵੇਖਿਆ ਵੇ ਇਹਦੇ ਕੋਲੋਂ ਮੈਂ ਤੈਨੂੰ ਇਹ ਵੀ ਗੱਲ ਦੱਸਣਾ ਵਾ ਕਿ ਮੈਂ ਅਗਰ ਕੋਈ ਵੀ ਗੱਲ ਕੀਤੀ ਹੈ ਨਾ ਉਹ ਮੇਰੇ ਨਜ਼ਰ ਦੇ ਵਿੱਚ ਬਹੁਤ ਅੱਛੀ ਸੀ ਤੂੰ ਉਸੇ ਟਾਈਮ ਉਹ ਗੱਲ ਨੂੰ ਸੁਣ ਲਿਆ ਵੇ ਹਲਕਾ ਜਿਹਾ ਮੰਨ ਲਿਆ ਵੇ ਲੇਕਿਨ ਤੂੰ ਬਾਅਦ ਵਿੱਚ ਮੈਨੂੰ ਕਿਹਾ ਵੇ ਕਿ ਉਸਮਾਨ ਅਗਰ ਇਹ ਕੰਮ ਅਸੀਂ ਇਸ ਤਰ੍ਹਾਂ ਨਾ ਕਰਦੇ ਇਸ ਤਰ੍ਹਾਂ ਕਰਦੇ ਤੇ ਫਿਰ ਬਹੁਤਾ ਚੰਗਾ ਨਹੀਂ ਸੀਗਾ ਮੈਨੂੰ ਤੇਰੀ ਰਿਸਪੈਕਟ ਉਸ ਟਾਈਮ ਉਦੋਂ ਵੀ ਥੋੜੀ ਜਿਹੀ ਜ਼ਿਆਦਾ ਲੱਗਦੀ ਹੈ ਕਿ ਯਾਰ ਇਹਨੇ ਮੇਰੀ ਜਦੋਂ ਮੈਨੂੰ ਕੋਈ ਕੰਮ ਕਿਹਾ ਇਹਨੇ ਫੌਰਨ ਕਿਹਾ ਕਿ ਹਾਂ ਮੈਂ ਕਰਨੀ ਆ ਲੇਕਿਨ ਇਹਨਾਂ ਆਪਣਾ ਓਪੀਨੀਅਨ ਜਾਂ ਉਹਦੇ ਉੱਤੇ ਅਗਰ ਉਸ ਟਾਈਮ ਨਹੀਂ ਬੋਲੀ ਲੇਕਿਨ ਇਹਨੇ ਬਾਅਦ ਚ ਦੱਸਿਆ ਜ਼ਰੂਰ ਹੈ ਕਿ ਇਹ ਕੰਮ ਜਿਹੜਾ ਨਾ ਅਗਰ ਇਸ ਤਰ੍ਹਾਂ ਨਾ ਕਰਦੇ ਇਸ ਤਰ੍ਹਾਂ ਕਰਦੇ ਤੇ ਜ਼ਿਆਦਾ ਅੱਛਾ ਰਹਿਣਾ ਸੀ ਦੂਜੇ ਬੰਨੇ ਅਗਰ ਤੂੰ ਉਸੇ ਟਾਈਮ ਮੈਨੂੰ ਕਹਿ ਛੱਡਦੀ ਨਾ ਮਿਸਾਲ ਤੌਰ ਤੇ ਮੈਂ ਤੈਨੂੰ ਕਹਿੰਦਾ ਕਿ ਚੱਲ ਸ਼ਹਿਰ ਚੱਲੀਏ ਨਹੀਂ ਮੈਂ ਨਹੀਂ ਜਾਣਾ ਮੇਰੇ ਤੇ ਕੰਮ ਨੇ ਤੇ ਮੇਰੇ ਤੇ ਕੰਮ ਨੇ ਤੇ ਮੇਰੇ ਤੇ ਕੰਮ ਨੇ ਮੈਨੂੰ ਉਸ ਟਾਈਮ ਤੇਰੇ ਵੱਲੋਂ ਨਾ ਮਿਲਣੀ ਸੀ ਮੈਂ ਇੱਕ ਕੰਮ ਕਰਵਾਉਣਾ ਚਾਹ ਰਿਹਾ ਤੇਰੇ ਕੋਲੋਂ ਤੂੰ ਅੱਗੋਂ ਨਾ ਕਰਨ ਦਈਏ ਤੇ ਉਹ ਨਾ ਸਾਡੀ ਉੱਥੇ ਬਹਿਸ ਜਾਂ ਨੈਗੇਟਿਵਿਟੀ ਫੈਲਣੀ ਸ਼ੁਰੂ ਹੋ ਜਾਣੀ ਹੈ ਮੇਰੇ ਦਿਮਾਗ ਦੇ ਵਿੱਚ ਨਾ ਤੂੰ ਅਗਰ ਉਸੇ ਟਾਈਮ ਕਹਿੰਦੀ ਨਾ ਚੱਲ ਠੀਕ ਹੈ ਮੈਂ ਚੱਲਣੀ ਆ ਮੈਨੂੰ ਜ਼ਰਾ 10 ਮਿੰਟ ਮੈਨੂੰ ਦੇ ਮੈਂ ਫਲਾਣਾ ਕੰਮ ਕਰ ਲਵਾਂ ਇਹ ਪੋਜ਼ਿਟਿਵਿਟੀ ਦੇ ਵਿੱਚ ਆ ਜਾਂਦਾ ਵੀ ਕਿ ਆਹੋ ਯਾਰ ਇਹਨੇ ਮੇਰੇ ਨਾਲ ਜਾਣਾ ਵੇ ਲੇਕਿਨ 10 ਮਿੰਟ ਬਾਅਦ ਅਗਰ ਤੂੰ ਮੈਨੂੰ ਕਹਿ ਦਵੇਂ ਨਾ ਕਿ ਮੈਂ ਤੁਹਾਨੂੰ ਉਸ ਟਾਈਮ ਨਹੀਂ ਸੀ ਕਿਹਾ ਕਿ ਸ਼ਹਿਰ ਨਹੀਂ ਜਾਣਾ ਚਲੋ ਮੈਂ ਤੁਹਾਨੂੰ ਐਸੀ ਹੁਣ ਦੱਸਣੀ ਹੈ ਕਿ ਮੇਰੀ ਨਾ ਆਟਾ ਵੀ ਗੁੰਨਣ ਵਾਲਾ ਹੈ ਭਾਂਡੇ ਵੀ ਧੋਣ ਵਾਲੇ ਨੇ ਇਹ ਵੀ ਕਰਨ ਵਾਲਾ ਉਹ ਵੀ ਕਰਨ ਵਾਲਾ ਤੇ ਤੁਸੀਂ ਇਕੱਲੇ ਸ਼ਹਿਰ ਚੱਲ ਜਾਓ ਮੈਂ ਤੇਰੀ ਗੱਲ ਮੰਨ ਕੇ ਤੇ ਤੁਰ ਪੈਣਾ ਹੈਂਡਲ ਕਰਨਾ ਆਉਣਾ ਚਾਹੀਦਾ ਗੱਲ ਨੂੰ ਜਨਾਬ ਵਾਲੀ ਹੋਰ ਤੁਰ ਪੈਣੀ ਹੈ ਤੇ ਕਪ ਕੇ ਲਈ ਉਹਨੇ ਨਹੀਂ ਤੇ ਤੂੰ ਬਣਾਉਂਦੀ ਹੈ ਹਾਂਜੀ ਤੇ ਮੈਂ ਨਾ ਇੱਥੋਂ ਮੈਨੂੰ ਲੱਗਦਾ ਕਾਫੀ ਅੱਜ ਦਾ ਟੌਪਿਕ ਏਡਾ ਜ਼ਰੂਰੀ ਹੈ ਮੈਂ ਨਹੀਂ ਚਾਹੁੰਦੀ ਇਹਦੇ ਵਿੱਚ ਹੋਰ ਚੀਜ਼ ਆਵੇ ਤੇ ਮੈਨੂੰ ਇਹੀ ਹੈ ਕਿ ਜਿਹੜਾ ਟੌਪਿਕ ਸਾਡਾ ਛਿੜਿਆ ਨਾ ਉਹ ਮੈਂ ਸ਼ਾਪਿੰਗ ਜਿਹੜੀ ਕਰਾਂਗੀ ਉਹ ਮੈਂ ਕੱਲ ਦੇ ਵਲੋਗ ਚ ਪਾਣੀ ਆ ਅੱਜ ਦੀ ਮੈਂ ਵੀਡੀਓ ਇੱਥੇ ਐਂਡ ਕਰਾਂ ਬੜੀਆਂ ਜ਼ਰੂਰੀ ਗੱਲਾਂ ਨੇ ਤੇ ਇਹ ਰੋਲੇ ਚ ਮੈਂ ਨਹੀਂ ਪਾਉਣਾ ਸਾਫ ਸੁਥਰੀਆਂ ਕਮ ਅਜ਼ ਕਮ ਅਗਰ ਅਸੀਂ 20 ਗੱਲਾਂ ਵੀ ਕੀਤੀਆਂ ਨੇ ਤੇ ਉਹਦੇ ਵਿੱਚ ਇੱਕ ਅੱਧੀ ਵੀ ਗੱਲ ਕਿਸੇ ਦੇ ਜ਼ੇਨ ਚ ਬਹਿ ਜਾਏ ਕੋਈ ਭਰਾ ਦੇ ਜਾਂ ਭੈਣ ਦੇ ਮੈਂ ਕਹਿੰਦੀ ਆ ਉਹ ਮੇਰੇ ਲਈ ਸਭ ਤੋਂ ਵੱਡੀ ਨਿਮਤ ਹੋਏਗੀ ਕਿ ਮੇਰੇ ਕਿਤੇ ਜਾਂ ਇਹਨਾਂ ਦੇ ਕਿਤੇ ਕੋਈ ਥੋੜੇ ਜਿਹੇ ਕਿਸੇ ਦੇ ਘਰ ਵਿੱਚ ਸਕੂਨ ਆ ਸਕਦਾ ਵੇ ਭਾਵੇਂ ਉਹ ਔਰਤ ਲਿਆਵੇ ਤੇ ਭਾਵੇਂ ਉਹ ਮਰਦ ਲਿਆਵੇ ਆਪਣੇ ਘਰ ਵਿੱਚ ਤੇ ਮੇਰੇ ਲਈ ਅੱਜ ਇਹ ਵਾਲਾ ਟੌਪਿਕ ਬੜਾ ਹੀ ਜ਼ਰੂਰੀ ਸੀ ਜਿਹੜਾ ਮੈਂ ਕਰਨਾ ਚਾਹੁੰਦੀ ਤੇ ਤੁਸੀਂ ਨਾ ਤੁਹਾਨੂੰ ਦੋਵਾਂ ਨੂੰ ਨਾ ਇਜਾਜ਼ਤ ਦੇ ਦਿਓ ਕਿ ਕਹਿੰਦੇ ਤੇ ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੀ ਮੈਂ ਕੀ ਲੈਣ ਆਈ ਹਾਂ ਤੇ ਕੀ ਨਹੀਂ ਤੇ ਚਲੋ ਜੀ ਦੋ ਮੈਨੂੰ ਇਜਾਜ਼ਤ ਵਾਪਸ ਆਵਾਂਗੀ ਕੱਲ ਅੱਲਾ ਹਾਫਿਜ਼ ਤੇ ਕਬ ਕੇ ਲਈ ਅੱਲਾ ਹਾਫਿਜ਼